वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। सलोक महला पहला। मुसलमाना सिफत सरीयत पढ़ पढ़ करह विचार। बंदे से जे पवह बिच बंदी वेखण को दीदार। मुसलमाना सिफत सरीयत पढ़ पढ़ करह विचार। बंदे से जे पवह बिच बंदी वेखण को दीदार। हिंदू सालाही सालान दर्शन रूप अपार। तीरथ नावे अर्चा पूजा अगर बास बहकार। जोगी सुन त्यावन जेते अलख नाम करतार। सूखम मूरत नाम निरंजन काया का आकार। सतिया मन संतोख उपजै देने कै विचार। दे दे मंगह सहसा गुणा शोभ करे संसार। चोरा जारा तै कुड़ियारा खारा बाबेकार। एक होदा खाए चले अथाओ तिना पी काई कार। जल थल जिया पूरिया लो आकारा आकार। ओए दे आखे सो तू है तिना पी तेरी सार। नानक भगता पुख सलाहण सच नाम आधार। सदा आनंद रहे दिन राती गुणवंतिया पाछार। महला पहला। मिट्टी मुसलमान की पेड़े पई कुम्यार।
ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਜਲ ਜਲ ਰੋਵੈ ਬਪੜੀ, ਝੜ ਝੜ ਪਵੈ ਅਗਿਆਰ। ਨਾਨਕ ਜਿਨ ਕਰਤੈ ਕਾਰਣ ਕੀਆ, ਸੋ ਜਾਣੇ ਕਰਤਾਰ। ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓ ਨਾ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੂੰਹ ਚੁਕਾਇਆ। ਉਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਉਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵੱਡੇ ਭਾਗਾਂ ਵਾਲੇ ਹੋ ਕਿ ਆਪ ਸਮੂਹ ਸਾਧ ਸੰਗਤ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਅੱਜ ਦੇ ਜੋ ਪਾਵਨ ਮੁਖਵਾਕ ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਜੋ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤੇ, ਸੋ ਆਪ ਸਮੂਹ ਸਾਧ ਸੰਗਤ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਇਨ੍ਹਾਂ ਪਾਵਨ ਅੰਮ੍ਰਿਤਮਈ ਬਚਨਾਂ ਨੂੰ ਸਰਵਣ ਕੀਤਾ ਹੈ ਜੀ। ਸੋ ਆਓ ਸਾਧ ਸੰਗਤ ਜੋ ਇਨ੍ਹਾਂ ਪਾਵਨ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਂਝ ਕਰੀਏ। ਸਾਰੇ ਹੀ ਯਤਨ ਕਰੀਏ, ਸੁਰਤ ਨੂੰ ਟਿਕਾਈਏ, ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਸੁਰਤਮਈ ਹਾਜ਼ਰੀਆਂ ਲਵਾਈਏ ਸਤਿਗੁਰਾਂ ਦੇ ਚਰਨਾਂ ਵਿੱਚ। ਤੇ ਇੱਕ ਵਾਰੀ ਸਾਰੇ ਹੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਏ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਸਾਧ ਸੰਗਤ ਜੀਓ, ਸ਼ਲੋਕ ਮਹੱਲਾ ਪਹਿਲਾ ਭਾਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਸ਼ਲੋਕ ਨੂੰ ਉਚਾਰਨ ਕਰਦਿਆਂ ਹੋਇਆਂ ਸਾਨੂੰ ਸਮਝਾ ਰਹੇ ਹਨ। ਇਹ ਆਸਾ ਜੀ ਦੀ ਵਾਰ ਦੀ 6ਵੀਂ ਪੌੜੀ ਦੇ ਨਾਲ ਸ਼ਲੋਕ ਹਨ। ਰਾਗ ਆਸਾ ਹੈ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 465 ਤੇ ਸੁਭਾਇਮਾਨ ਹਨ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰਹਿ ਵਿਚਾਰ, ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ। ਸੋ ਸਾਧ ਸੰਗਤ ਜੀਓ, ਸਤਿਗੁਰ ਪਾਤਸ਼ਾਹ ਜੀ ਬੜੀ ਹੀ ਸੁਚੱਜੇ ਢੰਗ ਦੇ ਨਾਲ ਸਾਨੂੰ ਇਸ ਪਾਵਨ ਮੁਖਵਾਕ ਦੇ ਵਿੱਚ ਆਸਾ ਦੀ ਵਾਰ ਵਿੱਚ ਸਮਝਾਉਣਾ ਕਰ ਰਹੇ ਹਨ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰਹਿ ਵਿਚਾਰ, ਬੰਦੇ ਸੇ ਜੇ ਪਵੈ ਵਿੱਚ ਬੰਦੀ
ਵੇਖਣ ਕੋ ਦੀਦਾਰ। ਭਾਵ ਮੁਸਲਮਾਨਾਂ ਨੂੰ ਉਸ ਸਾਹਿਰ, ਉਹ ਮਾਲਕ, ਉਸ ਪਰਮਾਤਮਾ ਦੀ ਵਡਿਆਈ ਸਭ ਤੋਂ ਵਧੇਕ ਚੰਗੀ ਲੱਗਦੀ ਹੈ ਅਤੇ ਉਹ ਉਸ ਸਰਾਹ ਨੂੰ ਪੜ੍ਹ ਕੇ ਇਹ ਵਿਚਾਰ ਕਰਦੇ ਹਨ ਕਿ ਰੱਬ ਦਾ ਦੀਦਾਰ ਵੇਖਣ ਲਈ ਜੋ ਮਨੁੱਖ ਉਸ ਸਾਹਰ ਭਾਵ ਪਰਮਾਤਮਾ ਦਾ, ਜੋ ਮਾਲਕ ਨੇ ਦੱਸੀਆਂ ਹੋਈਆਂ ਬੰਦਸ਼ਾਂ ਵਿੱਚ ਪੈਂਦਾ ਹਨ, ਉਹੀਓ ਰੱਬ ਦੇ ਬੰਦੇ ਹਨ। ਅਤੇ ਅਗਲੀ ਤੁਕ ਪ੍ਰਮਾਣ ਕਰਦੀ ਹੈ, ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਕਰਹਿ ਵਿਚਾਰ, ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ। ਇੱਥੇ ਸਾਧ ਸੰਗਤ ਜੋ ਗੁਰੂ ਨਾਨਕ ਪਾਤਸ਼ਾਹ ਜੀ ਸਮਝਾਵਣਾ ਕਰਦੇ ਨੇ, ਹਿੰਦੂ ਵੀਰ ਹਿੰਦੂ ਸ਼ਾਸਤਰਾਂ ਦੁਆਰਾ ਹੀ ਸਲਾਹਣ ਯੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਉਂਦੇ ਹਨ, ਹਰੇਕ ਤੀਰਥ ਤੇ ਨਹਾਉਂਦੇ ਹਨ, ਮੂਰਤੀਆਂ ਅੱਗੇ ਭੇਟਾ ਵੀ ਧਰਦੇ ਹਨ, ਉਹਨਾਂ ਅੱਗੇ ਸੀਸ ਵੀ ਝੁਕਾਉਂਦੇ ਹਨ, ਚੰਦਨ ਆਦਿਕ ਦੀਆਂ ਸੁਗੰਧਾਂ ਵਾਲੇ ਪਦਾਰਥ ਵਰਤਾਉਂਦੇ ਹਨ ਅਤੇ ਜੋਗੀ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਣਾ ਕਰਦੇ ਹਨ ਅਤੇ ਅਲੱਖਾਂ ਦਾ ਉਸ ਦਾ ਨਾਮ ਉਚਾਰਦੇ ਹਨ। ਉਹਨਾਂ ਦੇ ਮਤ ਅਨੁਸਾਰ ਜਿਸ ਦਾ ਉਹ ਸਮਾਧੀ ਵਿੱਚ ਧਿਆਨ ਧਰਦੇ ਹਨ, ਉਹੀਓ ਸੂਖਮ ਸਰੂਪ ਵਾਲਾ ਪਰਮਾਤਮਾ ਹੈ। ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਅਤੇ ਉਹ ਸਾਰੇ ਜਗਤ ਰੂਪ ਭਾਵ ਆਕਾਰ ਵਿੱਚ ਰਮਿਆ ਹੋਇਆ ਹੈ, ਸਾਰਿਆਂ ਵਿੱਚ ਉਹ ਸਮਾਇਆ ਹੋਇਆ ਪਰਮਾਤਮਾ ਹੈ। ਭਾਵ ਸਾਰਿਆਂ ਦੇ ਤਰਕ ਜਿਹੜੇ ਹਨ ਉਹ ਇੰਜ ਕਹਿ ਲਈਏ ਵੱਖਰੇ ਵੱਖਰੇ ਹਨ, ਲੇਕਿਨ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਸਾਨੂੰ ਸਮਝਾ ਰਹੇ ਹਨ, ਭਾਈ ਹਕੀਕਤ ਵਿੱਚ ਤੇ ਇਹ ਹੈ, ਭਾਵੇਂ ਅਸੀਂ ਵੇਦ ਪੜ੍ਹ ਲਈਏ, ਸ਼ਾਸਤਰ ਪੜ੍ਹ ਲਈਏ, ਕੁਰਾਨ ਪੜ੍ਹ ਲਈਏ, ਜੇ ਅਸੀਂ ਮਨ ਵਿੱਚ ਪਰਮਾਤਮਾ ਦਾ ਨਾਮ ਨਹੀਂ ਧਿਆਇਆ, ਪਰਮਾਤਮਾ ਦਾ ਆਰਾਧਨਾ ਨਹੀਂ ਕੀਤੀ ਮਨ ਵਿੱਚ, ਤੇ ਫਿਰ ਸਾਧ ਸੰਗਤ ਜੋ ਇਹ ਜਿਹੜੇ ਪੜ੍ਹੇ, ਭਾਵੇਂ ਵੇਦ ਪੜ੍ਹੇ ਹੋਣ, ਸ਼ਾਸਤਰ ਪੜ੍ਹੇ ਹੋਣ, ਸਿਮਰਤੀਆਂ ਪੜ੍ਹੀਆਂ ਹੁਣ, ਕਿਸੇ ਕੰਮ ਨਹੀਂ ਆਉਂਦੀ। ਜਿਵੇਂ ਹਿੰਦੂ ਵੀਰ ਸ਼ਾਸਤਰ ਪੜ੍ਹਦੇ ਹਨ ਲੇਕਿਨ ਉਹਨਾਂ ਦੇ ਅੰਦਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਸਪਸ਼ਟ ਕਰਕੇ ਸਾਨੂੰ ਸਮਝਾਇਆ ਹੈ, ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾਨ ਦਰਸ਼ਨ ਰੂਪ ਅਪਾਰ, ਤੀਰਥ ਨਾ ਵੈ ਅਰਚਾ ਪੂਜਾ ਅਗਰਵਾਸ ਬਹਿਕਾਰ। ਹਰ ਇੱਕ ਤੀਰਥ ਤੇ ਜਾ ਕੇ ਇਸ਼ਨਾਨ ਕਰਦੇ ਹਨ, ਪੂਜਾ ਅਰਚਨਾ ਵੀ ਕਰਦੇ ਹਨ, ਲੇਕਿਨ ਅੰਦਰ ਦੀ ਵਾਸਨਾਵਾਂ ਮੁੱਕਦੀਆਂ ਨਹੀਂ। ਜੋਗੀ ਵੀ ਧਿਆਵਣਾ ਵੀ ਕਰਦੇ ਹਨ, ਉਸ ਪਰਮਾਤਮਾ ਦਾ ਨਾਮ ਵੀ ਸਿਮਰਦੇ ਹਨ, ਲੇਕਿਨ ਸਾਧ ਸੰਗਤ ਜੋ ਉਹ ਕਰਤਾਰ ਦੀ ਪ੍ਰਾਪਤੀ ਨਹੀਂ ਕਰ ਪਾਉਂਦੇ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਸਤੀਆਂ ਮਨ ਸੰਤੋਖ ਪੁਜੈ ਦੇਣੇ ਕਹਿ ਵਿਚਾਰ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਉਹ ਸੂਖਮ ਮੂਰਤ ਪਰਮਾਤਮਾ ਦੀ ਹਰੀ ਦੀ ਜਿਹੜੀ ਸਾਡੇ ਅੰਦਰ ਟਿਕਣੀ ਚਾਹੀਦੀ ਸੀ, ਉਹ ਕਦੇ ਅਸੀਂ ਵਿਚਾਰਿਆ ਨਹੀਂ, ਉਸ ਦੇ ਨਾਮ ਦੀ ਆਰਾਧਨਾ ਨਹੀਂ ਕੀਤੀ, ਕਦੇ ਉਸ ਮੂਰਤ ਦਾ ਧਿਆਨ ਨਹੀਂ ਧਰਿਆ। ਸਤੀਆਂ ਮਨ ਸੰਤੋਖ ਪੁਜੈ ਦੇਣੇ ਕਹਿ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ। ਸਾਰਾ ਸੰਸਾਰ ਉਸ ਮਾਲਕ ਦੀ ਵਡਿਆਈ ਕਰਦਾ ਹੈ, ਉਸ ਮਾਲਕ ਪਾਸਿਓਂ ਮੰਗਾਂ ਕਰਦਾ ਹੈ, ਲੇਕਿਨ ਉਹ ਮੇਰਾ ਮਾਲਕ ਜਿਸ ਤੇ ਕਿਰਪਾ ਕਰ ਦਿੰਦਾ ਹੈ, ਜਿਸ ਤੇ ਮਿਹਰ ਦੀ ਨਜ਼ਰ ਕਰ ਦਿੰਦਾ ਹੈ, ਤੇ ਉਹ ਆਪਣੇ ਪਿਆਰਿਆਂ ਦੀ ਸੰਸਾਰ ਵਿੱਚ ਸ਼ੋਭਾ ਵੀ ਕਰਾ ਦਿੰਦਾ ਹੈ ਤੇ ਉਹਨਾਂ ਨੂੰ ਦਾਤਾਰ ਵੀ ਬਣਾ ਦਿੰਦਾ ਹੈ। ਚੋਰਾਂ ਜਾਰਾਂ ਤੇ ਕੁੜਿਆਰਾਂ ਖਾਰਾ ਬਾਂ ਬੇਕਾਰ, ਇੱਕ ਹੁੰਦਾ ਖਾਏ ਚਲੇ ਥਾਓ ਤਿਨਾ ਪੀ ਕਾਈ ਕਾਰ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਭਾਈ ਸੰਸਾਰ ਦੇ ਵਿੱਚ ਚੋਰਾਂ ਜਾਰਾਂ ਤੈ ਕੁੜਿਆਰਾਂ ਖਾਰਾ ਬਾਂ ਬੇਕਾਰ, ਜਿਨ੍ਹਾਂ ਨੇ ਮਾੜੇ ਕਰਮਾਂ ਨਾਲ ਆਪਣੀ ਪ੍ਰੀਤੀ ਬਣਾ ਲਈ, ਮਾੜੇ ਪਾਸੇ ਜਿਹੜੇ ਜੁੜ ਜਾਂਦੇ ਹਨ, ਮਾੜੀ ਸੰਗਤ ਕਰਦੇ ਹਨ, ਤੇ ਉਹਨਾਂ ਦਾ ਜੀਵਨ ਜਿਹੜਾ ਹੈ ਖੁਆਰ, ਉਹ ਬੇਕਾਰ ਹੋ ਜਾਂਦਾ ਹੈ। ਤੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਪਦਾਰਥ ਛਕ ਲਿਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰ ਲਈ, ਇੱਕ ਹੁੰਦਾ ਖਾਏ ਚਲੇ ਅਥਾਓ ਤਿਨਾ ਪੀ ਕਾਈ ਕਾਰ, ਤੇ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਤੇ ਸਤ ਸੰਗਤ ਜੋ ਉਹ ਸੱਚੀ ਕਾਰੇ ਨਾਲ ਜੁੜ ਜਾਂਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹਕੀਕਤ ਵਿੱਚ ਪਰਮਾਤਮਾ ਦਾ ਨਾਮ ਹੀ ਸੁਖਮਈ ਹੈ। ਜਲ ਥਲ ਜੀਆਂ ਪੂਰੀਆਂ ਲੋਆ ਕਾਰਾਂ ਆਕਾਰ, ਉਹ ਜੇ ਆਖੈ ਸੋ ਤੂੰ ਹੈ ਜਾਣੇ,
तिना पे तेरी सार। मेरे मालिक तू ते सारे संसार की पालना करता है, तू सारे संसार नू आप ही संभालदा है, ते तू सारे संसार विच आप ही रमिया होया है। भावें वो जल होवे थल होवे, हर एक थां आप जी का नाम ही रमिया होया है। ओए दे आख्या सो तूं जाने तिना पे तेरी सार। जेड़े तेरी सिफत सलाह भजन बंदगी करते हैं, तू उन्हां दी पैज रखदा है, तू उन्हां दी पत रखदा है। नानक भगतां भुख सलाहन सच नाम आधार। जिन्हां आप दे नाम दी प्रीति लग जाती है, उन्हां दी अंदर दी जिहड़ी भुख है, नाम दी भुख कदे खत्म नहीं हुंदी। उन्हां हर वेले परमात्मा दा नाम ही चाहिदा, ते ओ परमात्मा दे नाम दे ही हर वेले भिखारी बने रहंदे हन। जाचक मंगै दान देह प्यारिया, देवनहार दा तार मैं निच तारिया। सतगुरु पातशाह जी फरमान करते हैं, भाई वो मेरा मालिक जदों मेरी सार करता है, मेरी पालना करता है, तो फिर मैं किसी ते क्यों निर्भर रवां। वो मालिक ते हर एक थां रमिया होया है। वो ते पत्थर विच बैठे हुए कीड़े नूं भी रिजक दिंदा है। असी ते फिर इंसान हाँ, किस चीज़ का अंकार, किस चीज़ का मान करिए। सारियां दित्तियां दातां ते परमात्मा दियां हन, लेकिन इंसान कोल आउंदियां हन ते इंसान दी जिहड़ी बुद्धि है वो भ्रष्ट हो जाती है। वो माया नाल ही सब कुछ जानता है कि माया नाल कीता जा सकता है। माया नाल साथ समझो कुछ प्राप्त नहीं किया जा सकता। माया नाल असी परमात्मा नूं नहीं पा सकते। माया दे नाल असी किसी दा प्यार नहीं पा सकते। गुलाम जरूर बना सकते हैं, लेकिन उसका मनो प्यार नहीं पा सकते। इस करके गुरु पातशाह जी फरमान करते हैं, ओ ते मेरा मालिक सदा आनंद विच रहिंदा है, सदा आनंद रहे दिन राती। उस दी वडियाई ये है, वो हर वेले आनंद विच रहिंदा है, ते जेड़े उस नाल जुड़ जाते हैं वो भी सत्संग जो आनंद विच ही रहिंदे हैं, क्योंकि परमात्मा का गुण गाउंदे हैं, परमात्मा के नाम की आराधना करते हैं, ते हर वेले आनंद माणदे हैं। महला पहला। दूसरा श्लोक भी गुरु नानक पातशाह जी का ही है। सतगुरु पातशाह जी फरमान करते हैं, मिट्टी मुसलमान की पेड़े भई कुम्यार, घड़ पांडे इट्टां किया, जल्दी करे पुकार। सतसंग जो आप जी सारे ही नित प्रता आसा दे वार विच इन्हां श्लोकां नूं सरवण करते हो, तो वैसे भी कई बड़े बड़े इतिहासकार विद्वान साडे इस बारे चानण पाउंदे हैं, रोशनी पाउंदे हैं। उचारण किया ये पावन श्लोक गुरु नानक पातशाह जी के मुखारबिंद तो उचारण होया है, तो सतसंग जो इस दे नाल इतिहास जुड़िया होया है। मिट्टी मुसलमान की पेड़े भई कुम्यार, घड़ पांडे इट्टां कीआं, जल्दी करे पुकार। जदों गुरु हरगोबिंद साहिब महाराज जी ने गुरु हर राय साहिब भाव गुरता गद्दी ते बिठाया सी, आप जी दे पुत्रे सन गुरु हर राय साहिब महाराज। जदों गुरता गद्दी ते बिठाया सी, ते आप जी ने आख्या सी, ना आप जी ते कोई चढ़ाई करके आ सकता, ते ना आप जी नूं कोई लोड़ पवेगी। लेकिन गुरु हरगोबिंद साहिब महाराज ने जो आप जी दे नाल सवार सन, आखदे हैं इतिहास 2200 घोड़ सवार सतगुरां नूं दिते सन, ते जंग युद्ध वास्ते मना कीता सी। जदों सतसंग जो दिल्ली दा बादशाह आप जी नूं सद्दा भेजदा है, तो सतसंग जो आप जी नहीं जाते, लेकिन सिख संगतां ने बेनती की कि सतगुरु पातशाह जी हो, दिल्ली का बादशाह बड़ा ही जालम है, जे उसने सद्दा भेजा उसकी शंका जिहड़ी भी है वो दूर ते की जा सकती है। जे आप जी नहीं तो आप जी का कोई पुत्र जा होर कोई सिख संगतां विचों जाके उस दियां गल्लां दा उसनूं समझाया जा सकता है। सतसंग जो सतगुरु गुरु पातशाह जी गुरु हर राय साहिब महाराज अपने बड़े पुत्र राम राय नूं भेजते हैं। राम राय दिल्ली आउंदे हैं, तो सतसंग जो औरंगजेब नूं अनेकां ही तरह के कोतक
ਵਿਖਾਉਂਦੇ ਹਨ। ਤੇ ਤੁਰਨ ਵੇਲੇ ਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ, ਰਾਮ ਰਾਏ ਜੋ ਔਰੰਗਜ਼ੇਬ ਸਵਾਲ ਜਵਾਬ ਕਰੇ ਉਸ ਦਾ ਸੋਚ ਤੇ ਸਮਝ ਕੇ ਵਿਚਾਰ ਨਾਲ ਜਵਾਬ ਦੇਣਾ ਹੈ, ਤੇ ਗੁਰੂ ਨਾਨਕ ਦੀ ਮਿਹਰ ਹੋਵੇਗੀ ਤੇ ਤੁਹਾਡੀ ਰਸਨਾ ਤੇ ਅਸੀਂ ਵਸਾਂਗੇ। ਸਾਧ ਸੰਗਤ ਜੋ ਜਦੋਂ ਰਾਮ ਰਾਏ ਦਿੱਲੀ ਪੁੱਜਦਾ ਹੈ, ਅਨੇਕਾਂ ਹੀ ਕੋਤਕ ਵਿਖਾਉਂਦਾ ਹੈ, ਬਾਦਸ਼ਾਹ ਬਹੁਤ ਪ੍ਰਸੰਨ ਹੁੰਦਾ ਹੈ। ਲੇਕਿਨ ਸਾਧ ਸੰਗਤ ਜੋ ਇੱਕ ਦਿਨ ਔਰੰਗਜ਼ੇਬ ਆਖਣਾ ਕਰਦਾ ਹੈ ਕਿ ਆਪ ਜੀ ਆਖਦੇ ਹੋ ਕਿ ਆਪ ਜੀ ਦਾ ਜਿਹੜਾ ਧਰਮ ਹੈ ਉਹ ਸਾਂਝਾ ਧਰਮ ਹੈ, ਕਿਸੇ ਦੇ ਲਈ ਈਰਖਾ ਨਿੰਦਿਆ ਨਹੀਂ ਕਿਸੇ ਧਰਮ ਦੇ ਲਈ, ਲੇਕਿਨ ਇਹ ਸਾਡੇ ਧਰਮ ਬਾਰੇ ਕਿਉਂ ਲਿਖਿਆ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਪਾ, ਇਸ ਦਾ ਕੀ ਅਰਥ ਹੈ। ਤੇ ਸਤ ਸੰਗ ਜੋ ਰਾਮ ਰਾਏ ਹੁਣ ਤਿੱਕਰ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀਆਂ ਖੁਸ਼ੀਆਂ ਪਾ ਰਿਹਾ ਸੀ, ਤੇ ਰਾਮ ਰਾਏ ਦੇ ਸਾਰੇ ਸੰਕੇ ਦੂਰ, ਰਾਮ ਰਾਏ ਜੀ ਸਾਰੇ ਸੰਕੇ ਔਰੰਗਜ਼ੇਬ ਦੇ ਦੂਰ ਕਰੀ ਜਾ ਰਹੇ ਸਨ। ਜਦੋਂ ਇਹ ਤੁਕ ਆਈ ਤੇ ਸਤ ਸੰਗ ਜੋ ਵਿਚਾਰ ਨਾ ਕੀਤੀ, ਸੋਚਿਆ ਨਹੀਂ, ਸਮਝਿਆ ਨਹੀਂ, ਤੇ ਆਖ ਦਿੱਤਾ ਔਰੰਗਜ਼ੇਬ ਦੀ ਖੁਸ਼ੀ ਲੈਣ ਦੇ ਲਈ ਕਿ ਇਹ ਮਿੱਟੀ ਮੁਸਲਮਾਨ ਕੀ ਨਹੀਂ ਹੈ, ਮਿੱਟੀ ਬੇਈਮਾਨ ਕੀ। ਭਾਵ ਬਾਣੀ ਦੀ ਜਿਹੜੀ ਤੁਕ ਉਹ ਪਲਟ ਦਿੱਤੀ, ਉਲਟ ਕਰ ਦਿੱਤੀ। ਸਤ ਸੰਗ ਜੋ ਜਦੋਂ ਇਸ ਗੱਲ ਦਾ ਪਤਾ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਪਤਾ ਲੱਗਦਾ ਹੈ, ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਆਖਦੇ ਨੇ, ਭਾਈ ਠੀਕ ਹੈ ਸਾਡਾ ਪੁੱਤਰ ਹੈ, ਲੇਕਿਨ ਉਸਨੇ ਗੁਰਬਾਣੀ ਦੀ ਬੇਅਦਬੀ ਕੀਤੀ ਹੈ, ਬਾਣੀ ਦੀ ਤੁਕ ਬਦਲ ਦਿੱਤੀ, ਇਸ ਕਰਕੇ ਜਿਸ ਪਾਸੇ ਉਸ ਦਾ ਮੂੰਹ ਹੋਵੇ ਉਸੇ ਪਾਸੇ ਤੁਰ ਜਾਵੇ, ਸਾਡੇ ਮੱਥੇ ਨਾ ਲੱਗੇ। ਰਾਮ ਰਾਏ ਨੇ ਬਾਦਸ਼ਾਹ ਦੀ ਖੁਸ਼ੀ ਤੇ ਪਾ ਲਈ, ਲੇਕਿਨ ਗੁਰੂ ਪਿਤਾ ਦੇ ਬੇਮੁਖ ਹੋ ਗਏ। ਤੇ ਸਤ ਸੰਗ ਜੋ ਜਦੋਂ ਰਾਮ ਰਾਏ ਨੇ ਇਹ ਸਮਝਾਇਆ ਕਿ ਭਾਵ ਇਹ ਬੇਈਮਾਨ ਦੀ ਲਿਖੀ ਹੈ, ਮੁਸਲਮਾਨ ਦੀ ਨਹੀਂ, ਤੇ ਰਾਜਾ ਤੇ ਬਹੁਤ ਪ੍ਰਸੰਨ ਹੋਇਆ, ਖੁਸ਼ ਵੀ ਹੋਇਆ, ਲੇਕਿਨ ਗੁਰੂ ਤੋਂ ਬੇਮੁਖ ਹੋ ਗਏ। ਸੋ ਸਤ ਸੰਗ ਜੋ ਇਹ ਇਤਿਹਾਸ ਦੀ ਇਸ ਪਾਵਨ ਬਾਣੀ ਦਾ ਨਾਲ ਜੁੜਿਆ ਹੋਇਆ ਇਤਿਹਾਸ ਹੈ। ਮਿੱਟੀ ਮੁਸਲਮਾਨ ਕੀ ਭਾਵ ਪੇੜੇ ਭਈ ਘੁਮਿਆਰ, ਘੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਜਿਵੇਂ ਸਤ ਸੰਗ ਜੋ ਮੁਸਲਮਾਨ ਆਪੋ ਆਪਣੇ ਧਰਮ ਰੀਤੀਆਂ ਹਨ, ਜਦੋਂ ਪੂਰਾ ਹੁੰਦਾ ਹੈ ਤੇ ਉਸ ਨੂੰ ਮਿੱਟੀ ਵਿੱਚ ਦਫਨਾਇਆ ਜਾਂਦਾ ਹੈ। ਮਿੱਟੀ ਦੇ ਵਿੱਚ ਉਸ ਮੁਸਲਮਾਨ ਨੂੰ ਦਫਨ ਕੀਤਾ ਜਾਂਦਾ ਹੈ। ਸੋ ਗੁਰੂ ਪਾਤਸ਼ਾਹ ਨੇ ਲਿਖਿਆ, ਮਿੱਟੀ ਮੁਸਲਮਾਨ ਕੀ ਪੇੜਾ ਭਈ ਘੁਮਿਆਰ, ਘੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਬੈ ਬੱਪੜੀ, ਚੜ ਚੜ ਪਵੈ ਅੰਗਿਆਰ, ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੇ ਕਰਤਾਰ। ਮੁਸਲਮਾਨ ਦਾ ਇਹ ਖਿਆਲ ਕਰਦੇ ਹਨ ਕਿ ਮਰਨ ਤੋਂ ਪਿੱਛੋਂ ਜਿਨ੍ਹਾਂ ਦਾ ਸਰੀਰ ਸਾੜਿਆ ਜਾਂਦਾ ਹੈ ਉਹ ਦੋਜ਼ਖ ਦੀ ਅੱਗ ਵਿੱਚ ਸੜਦੇ ਹਨ, ਪਰ ਉਸ ਦੀ ਥਾਂ ਮਿੱਟੀ ਵੀ ਜਿੱਥੇ ਮੁਸਲਮਾਨ ਮਰਦੇ ਅਤੇ ਦਬਦੇ ਹਨ, ਕਈ ਵਾਰੀ ਘੁਮਿਆਰ ਦੇ ਵਸ ਪੈ ਜਾਂਦੀ ਹੈ। ਭਾਵ ਉਹ ਮਿੱਟੀ ਚਿਕਣੀ ਹੋਣ ਕਰਕੇ ਘੁਮਿਆਰ ਲੋਕ ਕਈ ਵਾਰੀ ਉਹ ਮਿੱਟੀ ਭਾਂਡੇ ਬਣਾਉਣ ਲਈ ਲੈ ਆਉਂਦੇ ਹਨ। ਮਿੱਟੀ ਮੁਸਲਮਾਨ ਕੀ ਪੇੜੇ ਭਈ ਘੁਮਿਆਰ, ਭਾਵ ਘੁਮਿਆਰ ਉਸ ਮਿੱਟੀ ਨੂੰ ਘੜ ਕੇ ਉਸ ਦੇ ਭਾਂਡੇ ਤੇ ਇੱਟਾਂ ਆਦਿਕ ਬਣਾਉਂਦੇ ਹਨ। ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬੱਪੜੀ, ਚੜ ਝੜ ਪਵੈ ਅੰਗਿਆਰ। ਭਾਵ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਤੇ ਆਵੀ ਵਿੱਚ ਪਾ ਕੇ ਉਸ ਮਿੱਟੀ ਨੂੰ ਮਨੋਂ ਸੜਦੀ ਹੋਈ ਪੁਕਾਰ ਕਰਦੀ ਹੈ, ਸੜ ਕੇ ਵਿਚਾਰੀ ਰੋਂਦੀ ਹੈ, ਤੇ ਉਸ ਵਿੱਚੋਂ ਅੰਗਿਆਰ ਝਿੜ ਝਿੜ ਕੇ ਡਿੱਗਦੇ ਹਨ। ਪਰ ਨਿਆਜ਼ਤ ਦੇ ਦੋਚਕ ਜਿਵੇਂ ਉਹ ਮਿੱਟੀ ਸੜਦੀ ਬਲਦੀ ਹੈ, ਜਲਦੀ ਹੈ। ਤੇ ਸਤ ਸੰਗ ਜੋ ਮੁਸਲਮਾਨਾਂ ਦਾ ਮੰਨਣਾ ਹੈ ਕਿ ਦਫਨਾਉਣ ਤੋਂ ਬਾਅਦ ਹੀ ਜੰਨਤ ਪ੍ਰਾਪਤ ਹੁੰਦੀ ਹੈ। ਜੰਨਤ ਤੇ ਉਹਨਾਂ ਨੂੰ ਮਿਲਦੀ ਹੈ ਜਿਹੜੇ ਪ੍ਰਭੂ ਦੇ ਗੁਣ ਗਾਉਂਦੇ ਹਨ। ਭਾਵ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਲ ਜਲ ਰੋਵੈ ਬੱਪੜੀ, ਝੜ ਝੜ ਪਵੈ ਅੰਗਿਆਰ,
नानक जिन करतै कारण किया सो जाने करतार। जिस परमात्मा ने सानू पैदा किया है वो अपने आप ही कारण भी बनाउंदा है। कारण किया सो जाने करतार, वो अपने आप ही जानता है। पौड़ी बिन सतगुर किने ना पायो, बिन सतगुर किने ना पाया। भावें असी दुनियावी कर्म कांड जिन्ने मर्जी फसे रहिए, वो बिना सतगुर तो उस मालिक नूं कोई पा नहीं सकता। सतगुर बिच आप रखियो कर प्रगट आख सुनाया। साध संग जो जदों परमात्मा ने सानू ये बनत बनाई, साड़ी ये घणत कीती ते आप ही अपनी जोत अंदर टिका दिती। सतगुर मिलिए सदा मुक्त है जिन बिचों मूँह चुकाया। सतगुर दे मिलन दे नाल ही इंसान दा जेड़ा होमे दा रोग है ते सतगुर नूं मिलन दे नाल ही साडी मुक्ति भी हो सकती है ते मोह जेड़ा है वो भी खत्म हो सकता है। उत्तम एहो विचार है जिन सच्चे स्यों चित लाया। ये हकीकत विच है कि जिन्हां ने परमात्मा दा जस कीता, परमात्मा दी आराधना कीती, जिन्हां ने परमात्मा नाल चित जोड़िया, उत्तम एहो विचार है जिन सच्चे स्यों चित लाया जग जीवन दाता पाया। जिउंदे जी ही वो मालिक नूं पा लैंदे हन, मालिक नूं हासिल कर लैंदे हन। सो साध संग जो असी भी यतन करिए उस परमात्मा नूं मिलण दा, परमात्मा नूं पाउण दा, ताकि साडा ये लोक ते परलोक दोने सवर सकन। सो साध संग जो अज दे पावन मुखबाग दी विचार आप जी ने सरवण कीती है, विचारां करदियां बेअंत भुल्लां गलतियां हो गईयां होणगीਆਂ। गुरु अते गुरु दी संगत बख्शण जोग है। बुलाइए फतेह। वाहिगुरु जी का खालसा, वाहिगुरु जी की फतेह।